ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਹਾਈ-ਫਾਈ ਐਗਜ਼ਾਮ ਸਟੱਡੀ ਤੇ। ਅੱਜ ਦਾ ਆਪਣਾ ਟੌਪਿਕ ਹੈ ਜੀ ਨਿਸ਼ਸਤਰੀਕਰਨ ਡਿਸਰਮਾਮੈਂਟ। ਇਸ ਦਾ ਫੁੱਲ ਟੌਪਿਕ ਦੀ ਇਨਫੋਰਮੇਸ਼ਨ ਆਪਾਂ ਇਸ ਵੀਡੀਓ ਵਿੱਚ ਲਵਾਂਗੇ, ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਔਰ ਬਾਕੀ ਵੀਡੀਓਜ਼ ਇਸ ਚੈਨਲ ਦੀ ਪਲੇਲਿਸਟ ਤੇ ਤੁਹਾਨੂੰ ਮਿਲਣਗੀਆਂ, ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੁਸੀਂ। ਸਟਾਰਟ ਕਰਦੇ ਹਾਂ ਜੀ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਿਸ਼ਸਤਰੀਕਰਨ ਹੈ ਕੀ, ਕਿਸ ਚੀਜ਼ ਨੂੰ ਨਿਸ਼ਸਤਰੀਕਰਨ ਕਿਹਾ ਜਾ ਸਕਦਾ ਹੈ। ਨਿਸ਼ਸਤਰੀਕਰਨ ਦਾ ਮਤਲਬ ਹੈ ਜੀ ਵਿਨਾਸ਼ਕਾਰੀ ਹਥਿਆਰਾਂ ਦੇ ਉਤਪਾਦਨ ਤੇ ਰੋਕ ਲਗਾਉਣਾ ਤੇ ਪਹਿਲਾਂ ਦੇ ਵਿਨਾਸ਼ਕ ਹਥਿਆਰਾਂ ਨੂੰ ਨਸ਼ਟ ਕਰਨਾ। ਇਸ ਨੂੰ ਨਿਸ਼ਸਤਰੀਕਰਨ ਕਿਹਾ ਜਾਂਦਾ ਹੈ। ਅੱਜ ਕੱਲ੍ਹ ਦੇਸ਼ਾਂ ਵਿੱਚ ਜੋ ਕੰਪੀਟੀਸ਼ਨ ਵੱਧ ਰਿਹਾ ਹੈ, ਦੁਨੀਆ ਦੇ ਸਾਰੇ ਦੇਸ਼ ਇੱਕ ਦੂਸਰੇ ਤੋਂ ਅੱਗੇ ਨਿਕਲਣਾ ਚਾਹੁੰਦੇ ਹਨ। ਇਸ ਕਰਕੇ ਉਹ ਆਪਣੇ ਆਪ ਨੂੰ ਯੁੱਧ ਵਿੱਚ ਜਾਂ ਸੈਨਾ ਵਿੱਚ ਜਾਂ ਹਥਿਆਰਾਂ ਦੀ ਦੌੜ ਵਿੱਚ ਅੱਗੇ ਰੱਖਣ ਲਈ ਨਵੇਂ ਤੋਂ ਨਵੇਂ ਔਰ ਮਾਰੂ ਹਥਿਆਰ ਬਣਾ ਰਹੇ ਹਨ। ਇਹਨਾਂ ਤੇ ਰੋਕ ਲਗਾਉਣ ਨੂੰ, ਇਹਨਾਂ ਦੇ ਉਤਪਾਦਨ ਨੂੰ ਘੱਟ ਕਰਨ ਨੂੰ ਨਿਸ਼ਸਤਰੀਕਰਨ ਕਿਹਾ ਜਾਂਦਾ ਹੈ। ਮਤਲਬ ਸ਼ਸਤਰਾਂ ਤੋਂ ਰਹਿਤ। ਅੱਗੇ ਹੈ ਜੀ ਨਿਸ਼ਸਤਰੀਕਰਨ ਦਾ ਕੀ ਮਕਸਦ ਹੈ, ਨਿਸ਼ਸਤਰੀਕਰਨ ਦੀ ਕਿਉਂ ਲੋੜ ਹੈ, ਕੀ ਮਕਸਦ ਹੈ, ਇਸ ਵਿਸ਼ੇ ਦਾ ਕੀ ਟੀਚਾ ਹੈ। ਸਭ ਤੋਂ ਪਹਿਲਾਂ ਹੈ ਜੀ ਹਥਿਆਰਾਂ ਦੀ ਦੌੜ ਨੂੰ ਘੱਟ ਕਰਨਾ, ਇਸ ਦਾ ਮਕਸਦ ਹੈ ਨਿਸ਼ਸਤਰੀਕਰਨ ਦਾ। ਅੱਗੇ ਹੈ ਜੀ ਸੰਸਾਰ ਵਿੱਚ ਯੁੱਧਾਂ ਨੂੰ ਰੋਕਣਾ। ਜ਼ਾਹਿਰ ਹੈ ਕਿ ਜਦੋਂ ਸ਼ਸਤਰ ਘੱਟ ਹੋ ਜਾਣਗੇ, ਹਥਿਆਰ ਘੱਟ ਹੋ ਜਾਣਗੇ, ਜਿਵੇਂ ਪਰਮਾਣੂ ਬੰਬ ਆਦਿ ਘੱਟ ਹੋ ਜਾਣਗੇ, ਤਾਂ ਸੰਸਾਰ ਵਿੱਚ ਯੁੱਧਾਂ ਦੀ ਗਿਣਤੀ ਵੀ ਘੱਟ ਜੂਗੀ, ਕੰਪੀਟੀਸ਼ਨ ਘੱਟ ਜੂਗਾ। ਇਸ ਕਰਕੇ ਸੈਨਿਕ ਹਥਿਆਰਾਂ ਤੇ ਹੁੰਦੀ ਫਿਜ਼ੂਲ ਖਰਚੀ ਨੂੰ ਵੀ ਰੋਕਿਆ ਜਾ ਸਕਦਾ ਹੈ। ਕੋਈ ਵੀ ਦੇਸ਼ ਆਪਣੇ ਡਿਵੈਲਪਮੈਂਟ ਤੇ ਪੈਸਾ ਲਾਉਣ ਦੀ ਬਜਾਏ ਮਾਰੂ ਹਥਿਆਰਾਂ ਨੂੰ ਖਰੀਦਦਾ ਹੈ, ਉਹਨਾਂ ਦੇ ਰਿਸਰਚ ਸੈਂਟਰਾਂ ਦੇ ਪੈਸਾ ਖਰਚਦਾ ਹੈ ਔਰ ਸੈਨਾ ਦੇ ਵਾਧੇ ਵਿੱਚ ਪੈਸਾ ਖਰਚਦਾ ਹੈ। ਇਹ ਫਿਜ਼ੂਲ ਖਰਚੀ ਹੈ। ਸੈਨਿਕ ਹਥਿਆਰਾਂ ਤੇ ਹੁੰਦੀ ਫਿਜ਼ੂਲ ਖਰਚੀ ਨੂੰ ਵੀ ਰੋਕਿਆ ਜਾ ਸਕਦਾ ਹੈ ਨਿਸ਼ਸਤਰੀਕਰਨ ਦੁਆਰਾ। ਅੱਗੇ ਹੈ ਜੀ ਪਰਮਾਣੂ ਹਥਿਆਰਾਂ ਦੀ ਵੱਧਦੀ ਵਰਤੋਂ ਤੇ ਰੋਕ ਲਾ ਸਕਦੇ ਹਾਂ, ਜੋ ਧਰਤੀ ਦੇ ਸਾਰੇ ਦੇਸ਼ਾਂ ਨਾਲ ਦੇਸ਼ ਆਪਣਾ ਸ਼ਾਂਤੀ ਨਾਲ ਵਿਕਾਸ ਕਰ ਸਕਣ। ਜੇ ਪਰਮਾਣੂ ਹਥਿਆਰਾਂ ਜਾਂ ਦੂਜੇ ਹਥਿਆਰਾਂ ਦੀ ਵਰਤੋਂ ਘੱਟ ਹੋ ਜਾਵੇ ਤਾਂ ਜੋ ਦੁਨੀਆ ਦੇ ਦੇਸ਼ ਹਨ ਆਪਣੀ ਡਿਵੈਲਪਮੈਂਟ 'ਤੇ ਧਿਆਨ ਦੇਣਗੇ। ਉਹ ਇੰਨਾ ਪੈਸਾ ਹਥਿਆਰਾਂ 'ਤੇ ਵੇਸਟ ਕਰਨ ਦੀ ਬਜਾਏ ਆਪਣੇ ਦੇਸ਼ ਵਿੱਚ ਬਿਮਾਰੀਆਂ, ਐਜੂਕੇਸ਼ਨ, ਉਹਨਾਂ ਨਾਲ ਨਿਪਟਣ ਲਈ ਉਸ ਪੈਸੇ ਨੂੰ ਯੂਜ਼ ਕਰ ਸਕਦੇ ਆ। ਇਸ ਕਰਕੇ ਨਿਸ਼ਸਤਰੀਕਰਨ ਜ਼ਰੂਰੀ ਹੋਣਾ ਚਾਹੀਦਾ ਹੈ ਔਰ ਇਹ ਇੱਕ ਅੱਛਾ ਟੌਪਿਕ ਹੈ। ਨੈਕਸਟ ਹੈ ਜੀ ਇਸ ਤੋਂ ਬਾਅਦ ਅੱਗੇ ਹੈ ਜੀ ਨਿਸ਼ਸਤਰੀਕਰਨ ਕਿਵੇਂ ਕੀਤਾ ਜਾਂਦਾ ਹੈ, ਨਿਸ਼ਸਤਰੀਕਰਨ ਕਿਵੇਂ ਕਰ ਸਕਦੇ ਹਾਂ। ਇਸ ਵਿੱਚ ਹੈ ਸਭ ਤੋਂ ਪਹਿਲਾਂ ਕੋਈ ਵੀ ਦੇਸ਼ ਆਪਣੇ ਆਪ ਵੀ ਨਿਸ਼ਸਤਰੀਕਰਨ ਕਰ ਸਕਦਾ ਹੈ। ਕਿਵੇਂ ਕਰ ਸਕਦਾ ਹੈ? ਜੇ ਕੋਈ ਦੇਸ਼ ਚਾਹਵੇ ਕਿ ਅਸੀਂ ਆਪਣੇ ਦੇਸ਼ ਨੂੰ ਹਥਿਆਰਾਂ ਤੋਂ ਰਹਿਤ ਕਰਨਾ ਹੈ, ਪਰਮਾਣੂ ਹਥਿਆਰਾਂ ਤੋਂ ਰਹਿਤ ਕਰਨਾ ਹੈ, ਅਸੀਂ ਆਪਣੇ ਦੇਸ਼ ਦਾ ਵਿਕਾਸ ਕਰਨਾ ਹੈ, ਸ਼ਾਂਤੀ ਬਣਾਈ ਰੱਖਣੀ ਹੈ, ਇਸ ਕਰਕੇ ਉਹ ਨਿਸ਼ਸਤਰੀਕਰਨ ਦੀ ਜੋ ਸੋਚ ਹੈ, ਜੋ ਇਸ ਵਿਸ਼ੇ 'ਤੇ ਸੋਚ ਸਕਦਾ ਹੈ ਔਰ ਆਪਣੇ ਆਪ ਨੂੰ ਨਿਸ਼ਸਤਰੀਕਰਨ ਵਾਲਾ ਦੇਸ਼ ਘੋਸ਼ਿਤ ਕਰ ਸਕਦਾ ਹੈ। ਅੱਗੇ ਹੈ ਜੀ ਕਿਸੇ ਬਾਹਰੀ ਦਬਾਅ ਕਾਰਨ ਨਿਸ਼ਸਤਰੀਕਰਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜੇ ਕੋਈ ਦੇਸ਼ ਦੂਸਰੇ ਦੇਸ਼ ਦੇ ਦਬਾਅ ਹੇਠ ਆ ਕੇ ਨਿਸ਼ਸਤਰੀਕਰਨ ਕਰਦਾ ਹੈ, ਕਿਸੇ ਹੋਰ ਦੇ ਅਧੀਨ ਹੋ ਕੇ ਨਿਸ਼ਸਤਰੀਕਰਨ ਕਰਦਾ ਹੈ, ਜਾਂ ਕੋਈ ਉਸਨੂੰ ਕਹਿੰਦਾ ਹੈ ਦਬਾਅ ਕਿਸੇ ਤਰੀਕੇ ਦਾ ਪੋਲੀਟੀਕਲੀ ਜਾਂ ਇਕਨੋਮਿਕਲੀ ਦਬਾਅ ਨਾਲ ਕਹਿੰਦਾ ਹੈ ਕਿ ਨਿਸ਼ਸਤਰੀਕਰਨ ਕਰਨਾ ਹੈ, ਤਾਂ ਵੀ ਨਿਸ਼ਸਤਰੀਕਰਨ ਕੀਤਾ ਜਾ ਸਕਦਾ ਹੈ। ਇਸ ਤੋਂ ਅੱਗੇ ਤੀਸਰਾ ਕਾਰਨ ਇਹ ਹੋ ਸਕਦਾ ਹੈ ਕਿ ਦੂਜੇ ਦੇਸ਼ਾਂ ਨਾਲ ਕੀਤੇ ਸੰਧੀਆਂ ਦੇ ਸਮਝੌਤੇ ਵੀ ਨਿਸ਼ਸਤਰੀਕਰਨ ਦਾ ਕਾਰਨ ਬਣ ਸਕਦੇ ਹਨ। ਕਈ ਵਾਰ ਦੋ ਦੇਸ਼ਾਂ ਵਿੱਚ ਸੰਧੀਆਂ ਜਾਂ ਸਮਝੌਤੇ ਹੁੰਦੇ ਹਨ ਕਿ ਉਹ ਇੱਕ ਦੂਸਰੇ 'ਤੇ ਕਿਸੇ ਹਥਿਆਰ ਦੀ ਵਰਤੋਂ ਨਹੀਂ ਕਰਨਗੇ, ਜਾਂ ਉਹ ਆਪਣੇ ਹਥਿਆਰਾਂ ਦੀ ਫੈਕਟਰੀ ਨੂੰ ਬੰਦ ਕਰਨਗੇ ਜਾਂ ਇਜਾਦ ਨੂੰ ਬੰਦ ਕਰਨਗੇ। ਇਸ ਤਰ੍ਹਾਂ ਦੇ ਸੰਧੀਆਂ ਸਮਝੌਤੇ ਵੀ ਨਿਸ਼ਸਤਰੀਕਰਨ ਦੀ ਵਜ੍ਹਾ ਬਣਦੇ ਹਨ। ਇਸ ਤੋਂ ਅੱਗੇ ਹੈ ਜੀ ਨਿਸ਼ਸਤਰੀਕਰਨ ਕਿਉਂ ਜ਼ਰੂਰੀ ਹੈ। ਹੁਣ ਇਹ ਪ੍ਰਸ਼ਨ ਜ਼ਰੂਰ ਉੱਠਦਾ ਹੈ ਕਿ ਇਹ ਕਿਉਂ ਕਰਨਾ ਹੈ, ਇਸ ਵਿਸ਼ੇ ਦੀ ਜ਼ਰੂਰਤ ਕਿਉਂ ਹੈ। ਆਪਾਂ ਪੜ੍ਹ ਰਹੇ ਹਾਂ ਇਸ ਦੀ ਕੀ ਜ਼ਰੂਰਤ ਹੈ, ਕਿਉਂ ਇਹ ਚਾਹੀਦਾ ਹੈ।
ਫਸਟ ਪੁਆਇੰਟ ਹੈ ਜੀ, ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ। ਦੇਸ਼ ਦੀ ਜਾਂ ਕਿਸੇ ਵੀ ਕੰਟਰੀ ਦੀ ਡਿਵੈਲਪਮੈਂਟ ਲਈ ਨਿਸ਼ਸਤਰੀਕਰਨ ਜ਼ਰੂਰੀ ਹੈ, ਕਿਉਂਕਿ ਉਹ ਜੇਕਰ ਹਥਿਆਰਾਂ ਦੀ ਦੌੜ ਵਿੱਚ ਲੱਗੇ ਰਹਿਣਗੇ ਤਾਂ ਦੇਸ਼ ਦਾ ਵਿਕਾਸ ਕਿਵੇਂ ਕਰਨਗੇ। ਦੇਸ਼ ਦੇ ਵਿਕਾਸ ਲਈ ਸਿਰਫ ਹਥਿਆਰ ਜ਼ਰੂਰੀ ਨਹੀਂ ਹੁੰਦੇ, ਇਸ ਤੋਂ ਬਾਅਦ ਵੀ ਜਿਵੇਂ ਸਿੱਖਿਆ, ਸਿਹਤ ਸੁਵਿਧਾਵਾਂ, ਸਫਾਈ, ਹੋਰ ਵੀ ਕਾਫੀ ਇੰਪੋਰਟੈਂਟ ਮੁੱਦੇ ਹਨ ਜਿਸ ਕਰਕੇ ਦੇਸ਼ ਦਾ ਵਿਕਾਸ ਹੁੰਦਾ ਹੈ। ਇਸ ਕਰਕੇ ਸਿਰਫ ਇੱਕ ਪਾਸੇ ਜਾਂ ਹਥਿਆਰਾਂ ਵਾਲੇ ਪਾਸੇ ਲੱਗੇ ਹੋਏ ਦੇਸ਼ ਆਪਣੇ ਦੇਸ਼ ਦਾ ਸਹੀ ਵਿਕਾਸ ਨਹੀਂ ਕਰ ਪਾਉਂਦੇ। ਨੈਕਸਟ ਹੈ ਜੀ, ਯੁੱਧਾਂ ਦੀ ਭਿਆਨਕ ਤਬਾਹੀ ਤੋਂ ਬਚਣ ਲਈ। ਅਸੀਂ ਪੜ੍ਹ ਚੁੱਕੇ ਹਾਂ, ਜੋ ਹਿਸਟਰੀ ਦੇ ਸਟੂਡੈਂਟ ਹਨ ਉਹਨਾਂ ਨੂੰ ਪਤਾ ਹੈ ਕਿ ਫਸਟ ਵਰਲਡ ਵਾਰ ਅਤੇ ਸੈਕਿੰਡ ਵਰਲਡ ਵਾਰ 'ਚ ਕਿੰਨਾ ਨੁਕਸਾਨ ਹੋਇਆ, ਕਿੰਨੇ ਦੇਸ਼ਾਂ ਦੀ ਤਬਾਹੀ ਹੋਈ ਹੈ, ਕਿੰਨੇ ਲੋਕ ਮਾਰੇ ਗਏ ਹਨ ਔਰ ਕਿਸ ਤਰ੍ਹਾਂ ਦੁਨੀਆ ਵਿੱਚ ਅਸ਼ਾਂਤੀ ਫੈਲ ਗਈ। ਇਸ ਕਰਕੇ ਨਿਸ਼ਸਤਰੀਕਰਨ ਇੱਕ ਅਜਿਹਾ ਮਕਸਦ ਹੈ ਜਿਸ ਨਾਲ ਆਪਾਂ ਯੁੱਧਾਂ ਦੀ ਭਿਆਨਕ ਤਬਾਹੀ ਤੋਂ ਬਚ ਸਕਦੇ ਹਾਂ। ਇਹ ਇੱਕ ਅਜਿਹੀ ਸੋਚ ਹੈ। ਨੈਕਸਟ ਹੈ ਜੀ ਥਰਡ ਪੁਆਇੰਟ, ਹਥਿਆਰਾਂ ਤੇ ਹੋ ਰਹੇ ਵੱਧ ਖਰਚੇ ਨੂੰ ਰੋਕਿਆ ਜਾ ਸਕਦਾ ਹੈ। ਇਹ ਤਾਂ ਗੱਲ ਜ਼ਾਹਿਰ ਹੈ ਕਿ ਹਥਿਆਰਾਂ ਤੇ ਜੇ ਆਪਾਂ ਨਿਸ਼ਸਤਰੀਕਰਨ ਕਰਾਂਗੇ ਤਾਂ ਹਥਿਆਰਾਂ ਤੇ ਵੱਧ ਰਹੇ ਖਰਚੇ ਨੂੰ ਵੀ ਰੋਕਿਆ ਜਾ ਸਕਦਾ ਹੈ। ਨੈਕਸਟ ਹੈ ਜੀ ਨੰਬਰ 4, ਜ਼ਿਆਦਾ ਸੈਨਿਕਾਂ ਤੇ ਜ਼ਿਆਦਾ ਖਰਚ ਹੁੰਦਾ ਹੈ। ਦੇਸ਼ ਵੱਧ ਤੋਂ ਵੱਧ ਸੈਨਾ ਰੱਖਣਾ ਚਾਹੁੰਦੇ ਹਨ। ਭਾਰਤ ਦੇਸ਼ ਸੈਨਾ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਸੈਨਾ ਦੇ ਮਾਮਲੇ ਵਿੱਚ ਦੁਨੀਆ ਦਾ ਚੌਥਾ ਦੇਸ਼ ਹੈ। ਇਸ ਕਰਕੇ ਸੈਨਾ ਤੇ ਜ਼ਿਆਦਾ ਖਰਚ ਹੁੰਦਾ ਹੈ, ਇਹਨੂੰ ਵੀ ਰੋਕਿਆ ਜਾ ਸਕਦਾ ਹੈ। ਨੈਕਸਟ ਹੈ ਜੀ, ਦੇਸ਼ਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਇੱਕ ਦੂਸਰੇ ਨਾਲ ਲੜਨ ਨਾਲ ਔਰ ਅਜਿਹੇ ਹਥਿਆਰਾਂ ਦੀ ਵਰਤੋਂ ਕਰਨਾ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਦੇਸ਼ਾਂ ਦੀ ਸ਼ਾਂਤੀ ਵੀ ਭੰਗ ਹੁੰਦੀ ਹੈ। ਇਸ ਕਰਕੇ ਨਿਸ਼ਸਤਰੀਕਰਨ ਜ਼ਰੂਰੀ ਹੈ। ਨੈਕਸਟ ਹੈ ਜੀ, ਨਿਸ਼ਸਤਰੀਕਰਨ ਦੇ ਵਿਸ਼ੇ ਤੇ ਹੋਈਆਂ ਕਾਨਫਰੰਸਿਸ। ਨਿਸ਼ਸਤਰੀਕਰਨ ਦੀ ਜੋ ਇਹ ਵਿਚਾਰ ਹੈ, ਇਸ ਉੱਤੇ ਕਦੋਂ ਤੇ ਕਿਵੇਂ ਕਾਨਫਰੰਸ ਹੋਈਆਂ, ਕਿਵੇਂ ਗੱਲਬਾਤ ਅੱਗੇ ਵਧੀ, ਆਪਾਂ ਉਸ ਬਾਰੇ ਥੋੜ੍ਹਾ ਜਿਹਾ ਜਾਣ ਲਈਏ। ਸਭ ਤੋਂ ਪਹਿਲੀ ਵਾਰ 1817 ਵਿੱਚ ਰਸ਼ਬੋਗਟ ਐਗਰੀਮੈਂਟ ਕਿਹਾ ਜਾਂਦਾ ਹੈ। ਉਸ ਸਮੇਂ ਨਿਸ਼ਸਤਰੀਕਰਨ ਦੀ ਗੱਲ ਹੋਈ। ਇਹ UK ਐਂਡ USA ਦੇ ਵਿਚਕਾਰ ਹੋਇਆ 1817 ਵਿੱਚ। ਇਸ ਤੇ ਪਹਿਲੀ ਵਾਰ ਇਸ ਵਿਸ਼ੇ ਤੇ ਗੱਲ ਹੋਈ। ਨੈਕਸਟ ਹੈ ਜੀ, ਪਹਿਲੀ ਵਾਰ ਹੇਗ ਨੀਦਰਲੈਂਡ ਵਿੱਚ 1907 ਵਿੱਚ ਜੋ ਫਸਟ ਕਾਨਫਰੰਸ ਹੋਈ ਇਸ ਵਿਸ਼ੇ ਤੇ, ਤਾਂ ਕਿ ਨਿਸ਼ਸਤਰੀਕਰਨ ਕੀਤਾ ਜਾਵੇ। ਦੁਨੀਆ ਦੇ ਵੱਧ ਤੋਂ ਵੱਧ ਦੇਸ਼ ਇਸ ਵਿੱਚ ਭਾਗ ਲੈਣ ਔਰ ਇਸ ਬਾਰੇ ਸੋਚਣ ਕਿ ਆਪਾਂ ਵਰਲਡ ਵਾਰ ਨਹੀਂ ਹੋਣ ਦੇਣੀ, ਜਾਂ ਫਿਰ ਉਦੋਂ ਸੰਭਾਵਨਾ ਹੋਣੀ ਹੈ ਕਿ ਵਰਲਡ ਵਾਰ ਹੋ ਜੂਗੀ। ਇਸ ਤਰ੍ਹਾਂ ਦੀਆਂ ਰਾਜਨੀਤਿਕ ਸਥਿਤੀਆਂ ਬਣ ਗਈਆਂ ਸਨ ਕਿ ਮਾਹਿਰਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਰਲਡ ਵਾਰ ਹੋਊਗੀ, ਔਰ ਉਹ ਹੋ ਵੀ ਗਿਆ। ਅੱਗੇ ਹੈ ਜੀ, ਦੂਜੀ ਕਾਨਫਰੰਸ ਹੋਈ 1899 'ਚ, ਦਾ ਹੇਗ ਨੀਦਰਲੈਂਡ ਵਿੱਚ ਹੀ ਹੋਈ। ਪਰ ਇਹ ਸਭ ਕੁਝ ਜੋ ਕਾਨਫਰੰਸ ਹੋਈਆਂ ਔਰ ਜੋ ਐਗਰੀਮੈਂਟ ਸੀ ਪਹਿਲੀ ਵਾਰ, ਇਹ ਸਾਰੇ ਅਸਫਲ ਰਹੇ ਕਿਉਂਕਿ ਦੁਨੀਆ ਦੇ ਦੇਸ਼ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਲੱਗੇ ਹੋਏ ਸਨ। ਇਹਨਾਂ ਕਾਨਫਰੰਸਾਂ ਔਰ ਐਗਰੀਮੈਂਟ ਦਾ ਅਸਫਲਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਜਦੋਂ 1914 ਵਿੱਚ ਵਰਲਡ ਵਾਰ ਫਸਟ ਸ਼ੁਰੂ ਹੋ ਗਿਆ। ਫਿਰ ਕੀ ਹੋਇਆ ਜੀ, 1914 ਵਿੱਚ ਵਰਲਡ ਵਾਰ ਤੋਂ ਬਾਅਦ 1920 ਵਿੱਚ ਲੀਗ ਆਫ ਨੇਸ਼ਨਸ ਬਣੀ। ਇਸ ਬਾਰੇ ਆਪਾਂ ਨੂੰ ਪਤਾ ਹੀ ਹੈ ਕਿ ਲੀਗ ਆਫ ਨੇਸ਼ਨਸ ਬਣੀ, ਜਿਸ ਦਾ ਪਹਿਲਾ ਟੀਚਾ ਨਿਸ਼ਸਤਰੀਕਰਨ ਹੀ ਸੀ। ਉਹਨਾਂ ਨੇ ਬਣਾਈ ਇਸ ਕਰਕੇ ਸੀ ਤਾਂ ਕਿ ਇਹ ਯੁੱਧ ਦੁਬਾਰਾ ਨਾ ਹੋਣ, ਪਰ ਇਹ ਵੀ ਅਸਫਲ ਰਹੀ। 1939 ਵਿੱਚ ਵਰਲਡ ਵਾਰ ਸੈਕਿੰਡ ਸ਼ੁਰੂ ਹੋ ਗਿਆ ਔਰ ਲੀਗ ਆਫ ਨੇਸ਼ਨਸ ਖਤਮ ਹੋ ਗਈ। ਉਸਦੇ ਸਾਰੇ ਟੀਚੇ ਧਰੇ ਦੇ ਧਰੇ ਰਹਿ ਗਏ, ਕਿਸੇ ਨੇ ਇਸ ਗੱਲ ਨੂੰ ਇੰਪੋਰਟੈਂਸ ਨਹੀਂ ਦਿੱਤੀ। ਅੱਗੇ ਹੈ ਜੀ, UNO ਦੀ ਸਥਾਪਨਾ ਹੋਈ। ਇਸ ਵਿੱਚ ਯੂਨਾਈਟਿਡ ਨੇਸ਼ਨ ਐਟਮਿਕ ਐਨਰਜੀ ਕਮਿਸ਼ਨ ਬਣਾਇਆ ਗਿਆ। UNO ਦੀ ਜੋ ਫਸਟ ਕਾਨਫਰੰਸ ਹੋਈ, ਉਸ ਦੀ ਫਸਟ ਕਾਨਫਰੰਸ ਵਿੱਚ ਉਸ ਦੀ ਮਹਾਸਭਾ ਦੁਆਰਾ ਸਭ ਤੋਂ ਪਹਿਲਾਂ
ਜੋ ਯੂਨਾਈਟਿਡ ਨੇਸ਼ਨਸ ਐਟਮਿਕ ਐਨਰਜੀ ਕਮਿਸ਼ਨ ਬਣਾਇਆ ਗਿਆ ਤਾਂ ਕਿ ਪਰਮਾਣੂ ਜੋ ਹਥਿਆਰ ਹੈ ਉਹਨਾਂ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕੇ ਜਾਂ ਬੰਦ ਕੀਤੇ ਜਾ ਸਕਣ। ਸਭ ਤੋਂ ਪਹਿਲਾ ਟੀਚਾ ਯੂਐਨਓ ਦਾ ਇਹੀ ਸੀ ਕਿ ਵਿਸ਼ਵ ਵਿੱਚ ਸ਼ਾਂਤੀ ਬਣਾਈ ਜਾ ਸਕੇ। ਤੀਸਰੇ ਵਰਲਡ ਵਾਰ ਨੂੰ ਦੁਨੀਆ ਨਹੀਂ ਸਹਾਰ ਸਕਦੀ। ਇਸ ਦਾ ਮੁੱਖ ਕੰਮ ਪਰਮਾਣੂ ਹਥਿਆਰਾਂ ਨੂੰ ਘਟਾਉਣਾ ਸੀ। ਫਿਰ ਹੈ ਜੀ ਯੂਐਸਏ ਨੇ ਬ੍ਰਾਂਚ ਪਲਾਨ ਦਿੱਤਾ। 1955 ਵਿੱਚ ਓਪਨ ਸਕਾਈਜ਼ ਪਲਾਨ ਦਿੱਤਾ ਤੇ ਉਸ ਤੋਂ ਬਾਅਦ ਰੂਸ ਨੇ ਗ੍ਰੋਮੋਕੋ ਪਲਾਨ ਦਿੱਤਾ। ਪਰ ਇਹ ਸਾਰੇ ਪਲਾਨ ਅਸਫਲ ਰਹੇ ਕਿ ਕੋਈ ਵੀ ਮਤਲਬ ਜ਼ਮੀਨੀ ਤੌਰ ਤੇ ਲਾਗੂ ਨਹੀਂ ਹੋਇਆ। ਨੈਕਸਟ ਹੈ ਜੀ 1963 ਵਿੱਚ ਇੱਕ ਐਗਰੀਮੈਂਟ ਹੋਇਆ ਕਿ ਕੋਈ ਵੀ ਦੇਸ਼ ਪਰਮਾਣੂ ਬੰਬ ਦਾ ਪ੍ਰਯੋਗ ਹਵਾ ਵਿੱਚ ਨਹੀਂ ਕਰੇਗਾ। 1963 ਦਾ ਇਹ ਐਗਰੀਮੈਂਟ ਕਾਫੀ ਕਾਰਗਰ ਸਾਬਿਤ ਹੋਇਆ ਕਿ ਕੋਈ ਦੇਸ਼ ਹਵਾ 'ਚ ਪਰਮਾਣੂ ਬੰਬ ਨਹੀਂ ਇਸਤੇਮਾਲ ਕਰੇਗਾ, ਜਿਸ ਨਾਲ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਖਤਰਾ ਪੈਦਾ ਹੋ ਸਕੇ। ਅੱਗੇ ਹੈ ਜੀ ਇੱਕ ਐਗਰੀਮੈਂਟ ਹੋਇਆ 1967 ਵਿੱਚ। ਇਸ ਦੇ ਅਕੋਰਡਿੰਗ ਇਸ ਵਿਚਾਰ ਦਿੱਤਾ ਗਿਆ ਕਿ ਕੋਈ ਵੀ ਦੇਸ਼ ਪਰਮਾਣੂ ਬੰਬ ਦਾ ਪ੍ਰਯੋਗ ਪਾਣੀ ਵਿੱਚ ਨਹੀਂ ਕਰੇਗਾ। ਇਹ ਦੋ ਐਗਰੀਮੈਂਟਸ ਤੁਸੀਂ ਯਾਦ ਰੱਖ ਸਕਦੇ ਹੋ। ਪਾਣੀ ਵਿੱਚ ਯਾਨੀ ਕਿ ਸਮੁੰਦਰ ਵਿੱਚ ਇਸਤੇਮਾਲ ਨਹੀਂ ਕਰੇਗਾ ਔਰ ਹਵਾ ਵਿੱਚ ਇਸਤੇਮਾਲ ਨਹੀਂ ਕਰੇਗਾ। 1963 ਦਾ ਐਗਰੀਮੈਂਟ। ਅੱਗੇ ਹੈ ਜੀ NPT ਨਿਊਕਲੀਅਰ ਨੌਨ ਪ੍ਰੋਲੀਫਰੇਸ਼ਨ ਟ੍ਰੀਟੀ। ਇਸ ਵਿੱਚ ਇਹ ਤੈਅ ਹੋਇਆ ਕਿ 1970 ਤੋਂ ਪਹਿਲਾਂ ਜੋ ਦੇਸ਼ ਪਰਮਾਣੂ ਹਥਿਆਰ ਬਣਾ ਚੁੱਕੇ ਹਨ ਉਹਨਾਂ ਨੇ ਹੋਰ ਦੇਸ਼ਾਂ ਨੂੰ ਪਰਮਾਣੂ ਹਥਿਆਰ ਬਣਾਉਣ ਲਈ ਮਟੀਰੀਅਲ ਨਹੀਂ ਦੇਣਾ, ਕਿਉਂਕਿ ਜੋ 4-5 ਦੇਸ਼ਾਂ ਨੇ ਪਰਮਾਣੂ ਬੰਬ ਬਣਾ ਲਏ ਸੀ, ਜੇ ਉਹ ਦੂਜੇ ਦੇਸ਼ਾਂ ਦੀ ਸਹਾਇਤਾ ਕਰਦੇ ਤੇ ਉਹਨਾਂ ਨੂੰ ਮਟੀਰੀਅਲ ਦਿੰਦੇ ਤਾਂ ਇਸ ਤਰ੍ਹਾਂ ਸਾਰੇ ਦੇਸ਼ ਹੀ ਪਰਮਾਣੂ ਹਥਿਆਰਾਂ ਵਾਲੇ ਹੋ ਜਾਣਗੇ। ਇਸ ਤੇ 173 ਦੇਸ਼ਾਂ ਨੇ ਸਾਈਨ ਕਰ ਦਿੱਤੇ ਪਰ ਭਾਰਤ ਨੇ ਇਸ ਤੇ ਸਾਈਨ ਨਹੀਂ ਕੀਤੇ। ਭਾਰਤ ਦਾ ਇਹ ਕਹਿਣਾ ਸੀ ਕਿਉਂਕਿ ਆਪਣੇ ਜੋ ਭਾਰਤ ਦੀ ਸਥਿਤੀ ਹੈ ਉਹ ਉਸਦੇ ਇੱਕ ਪਾਸੇ ਪਾਕਿਸਤਾਨ ਹੈ ਔਰ ਇੱਕ ਪਾਸੇ ਚਾਈਨਾ ਵਰਗੇ ਦੇਸ਼ ਹਨ। ਇਸ ਕਰਕੇ ਉਹ ਇਹ ਸਮਝੌਤਾ ਨਹੀਂ ਕਰ ਸਕਦੇ ਕਿ ਉਹ ਪਰਮਾਣੂ ਬੰਬ ਨਹੀਂ ਬਣਾਉਣਗੇ। ਉਹਨਾਂ ਨੂੰ ਆਪਣੇ ਦੇਸ਼ ਦੀ ਪ੍ਰਭੂਸੱਤਾ ਔਰ ਦੇਸ਼ ਦੀ ਰਾਖੀ ਲਈ ਇਹ ਜ਼ਰੂਰੀ ਸੀ ਕਿ ਉਹ ਆਪਣੇ ਆਪ ਨੂੰ ਹਥਿਆਰਾਂ ਦੀ ਦੌੜ ਵਿੱਚ ਤਾਕਤਵਰ ਸਾਬਿਤ ਕਰਨ। ਇਸ ਕਰਕੇ ਇੰਡੀਆ ਨੇ ਉਸ ਤੇ ਸਾਈਨ ਨਹੀਂ ਕੀਤੇ। ਅੱਗੇ ਹੈ ਜੀ ਭਾਰਤ ਦੇ ਪਰਮਾਣੂ ਪ੍ਰੀਖਣ। 1974 ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਮੇਂ, ਜਦੋਂ ਆਪਣੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਉਹਨਾਂ ਦੇ ਸਮੇਂ ਪਹਿਲਾ ਪ੍ਰੀਖਣ ਹੋਇਆ। ਨੈਕਸਟ ਹੈ ਜੀ 1998 ਵਿੱਚ ਅਟਲ ਬਿਹਾਰੀ ਵਾਜਪਾਈ ਜੀ ਨੇ ਕਾਫੀ ਕੰਮ ਕੀਤੇ ਪਰਮਾਣੂ ਪ੍ਰੀਖਣ ਵਾਸਤੇ। ਦੂਜੀ ਵਾਰ ਪਰਮਾਣੂ ਪ੍ਰੀਖਣ ਉਹਨਾਂ ਦੇ ਸਮੇਂ ਪੋਖਰਨ ਵਿੱਚ ਹੋਇਆ। ਇਸ ਤੇ ਇੱਕ ਮੂਵੀ ਵੀ ਬਣੀ ਹੈ ਪੋਖਰਨ, ਤੁਸੀਂ ਉਸ ਨੂੰ ਦੇਖ ਸਕਦੇ ਹੋ। ਵਾਜਪਾਈ ਜੀ ਨੇ ਬਕਾਇਦਾ ਇੱਕ ਕਾਨਫਰੰਸ ਕਰਕੇ ਦੱਸਿਆ ਕਿ ਅਸੀਂ ਪਰਮਾਣੂ ਬੰਬ ਦਾ ਪ੍ਰਯੋਗ ਕਰ ਲਿਆ ਹੈ ਔਰ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਇਹ ਵੀ ਜ਼ਰੂਰੀ ਸੀ। ਔਰ ਬਾਕੀ ਜੇ ਨਿਸ਼ਸਤਰੀਕਰਨ ਦੀ ਗੱਲ ਕਰੀਏ, ਇਹ ਸਿਰਫ ਕਾਗਜ਼ਾਂ ਵਿੱਚ ਹੀ ਇਹ ਜ਼ਮੀਨੀ ਤੌਰ ਤੇ ਨਿਸ਼ਸਤਰੀਕਰਨ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਇਹ ਸੀ ਜੀ ਆਪਣਾ ਟੌਪਿਕ ਨਿਸ਼ਸਤਰੀਕਰਨ ਦਾ। ਨੈਕਸਟ ਟੌਪਿਕ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੇ। ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ।